ਅਮ੍ਰਿਤਾ ਪ੍ਰੀਤਮ ਦੀ ਸਾਹਿਤਿਕ ਸਵੈ ਜੀਵਨੀ ਦਾ ਅਗਲਾ ਭਾਗ ਹੈ ਕਹਿਰ ਤੇ ਕਰਮ। ਮੈਂ 12ਵੇਂ ਸਾਲ 'ਚ ਸਾਂ ਜਦੋਂ ਮੇਰੀ ਸਦੀਵੀ ਪ੍ਰੇਮਿਕਾ ਨੇ ਮੈਨੂੰ ਮੱਲ ਲਿਆ। ਹਰ ਘੜੀ ਉਹ ਮੇਰੇ ਨਾਲ ਰਹਿੰਦੀ ਹੈ, ਮੇਰੇ ਕੰਮਾਂ 'ਚ ਵੀ, ਮੇਰੀਆਂ ਨੀਂਦਰਾਂ ਵਿੱਚ ਵੀ, ਮੇਰੇ ਖਿਆਲਾਂ ਨੂੰ ਆਪਣੇ ਵਾਲਾਂ 'ਚ ਗੁੰਦਦੀ ਹੈ। ਸਦੀਵੀ ਪਿਆਰ ਤੇ ਸਦੀਵੀ ਲਾਟ। ਇਕੱਲਾ ਮੈਂ ਹੀ ਨਹੀਂ ਜਿਹੜੀਆਂ ਰਾਤਾਂ ਨੂੰ ਉਹ ਨਿੱਘੀਆਂ ਕਰਦੀ ਹੈ। ਕੋਈ ਵੀ ਜੋ ਲੱਖਾਂ ਕਰੋੜਾਂ ਜੀ ਦੇ ਪਿੰਡੇ ਤੋਂ ਉਛਾੜ ਲਾ ਸਕੇ, ਉਹ ਇੱਕ ਬੱਤੀ ਨੂੰ ਵੇਖੇਗਾ ਜਿੱਥੇ ਆਤਮਾ ਚੁੱਪ-ਚਾਪ ਬਲਦੀ ਹੈ। ਉੱਥੇ ਪਹਿਰਾ ਦਿੰਦੇ ਕਲਪਿਤ ਪਿਆਰ ਦੀਆਂ ਅੱਖਾਂ 'ਚ ਵੇਖ ਸਕੇਗਾ। ਕੋਈ ਆਪਣਾ ਸਭ ਕੁਝ ਕਿਸੇ ਨੂੰ ਦੇ ਸਕਦਾ ਹੈ, ਆਪਣਾ ਜਿਸਮ, ਆਪਣਾ ਵਿਸ਼ਵਾਸ, ਆਪਣੀ ਮਰਜ਼ੀ, ਪਰ ਕੋਈ ਆਪਣੇ ਸੁਪਨੇ ਨਹੀਂ ਦੇ ਸਕਦਾ। ਮੈਂ ਰੋਮਾਂ ਰੋਲਾਂ ਦੀਆਂ ਇਹ ਸਤਰਾਂ ਪੜ੍ਹ ਰਹੀ ਸਾਂ ਜਦੋਂ ਜੈਨਿੰਦਰ ਜੀ ਆਏ। ਮੇਰੇ ਅੰਦਰ ਇੱਕ ਸੱਜਰਾ ਤਾਅ ਸੀ ਜਿਹਦੇ ਸੇਕ 'ਚ ਮੈਂ ਜੈਨਿੰਦਰ ਜੀ ਨੂੰ ਉਹਨਾਂ ਦਾ ਸਾਰਿਆਂ ਤੋਂ ਪਿਆਰ ਭੇਤ ਪੁੱਛ ਸਕੀ। ਜੈਨਿੰਦਰ ਜੀ, ਤੁਹਾਡੀਆਂ ਸਾਰੀਆਂ ਕਹਾਣੀਆਂ ਦੀ ਔਰਤ ਏਡੀ ਸੋਹਣੀ ਹੁੰਦੀ ਹੈ ਜਿਹੜੀ ਰਾਹ ਜਾਂਦਿਆਂ ਵੀ ਦੂਸਰੇ ਨੂੰ ਜ਼ਿੰਦਗੀ ਦੀ ਚਿਣਗ ਲਾ ਜਾਂਦੀ ਹੈ। ਮੇਰਾ ਮਤਲਬ ਉਹਦੇ ਸਰੀਰਕ ਸੁਹੱਪਣ ਤੋਂ ਨਹੀਂ, ਉਹਦੀ ਸ਼ਖਸੀਅਤ, ਉਹਦੀ ਸਮਝ, ਉਹਦੀ ਮਰਿਆਦਾ ਦੀਆਂ ਹੱਦਾਂ ਤੋਂ ਵੱਡੀ ਦਲੇਰੀ। ਹਿੰਦੀ ਨੂੰ ਤੁਹਾਡੀਆਂ ਕਹਾਣੀਆਂ ਵਿੱਚੋਂ ਸੈਂਕੜੇ ਵਾਰ ਇਹੋ ਜਿਹੀ ਔਰਤ ਵੇਖਣ ਨੂੰ ਮਿਲੀ ਹੈ, ਪਰ ਪੰਜਾਬੀ ਨੇ ਵੀ ਤੁਹਾਡੇ ਤਿਆਗ ਪੱਤਰ ਦੀ ਮੇਰੇ ਨਾਲ ਤੱਕੀ ਏ। ਸ਼ਰਤ ਚੰਦਰ ਦੀ ਕਲਮ ਤੋਂ ਬਾਅਦ ਜੇ ਮੈਂ ਕਿਸੇ ਦੀ ਕਲਮ ਵਿੱਚੋਂ ਇਹੋ ਜਿਹੀ ਔਰਤ ਤੱਕੀ ਏ ਤਾਂ ਤੁਹਾਡੀ ਕਲਮ 'ਚੋਂ। ਅੱਗੋਂ ਕੀ ਪੁੱਛਣਾ? ਜੈਨਿੰਦਰ ਜੀ ਜਿਵੇਂ ਮੇਰੇ ਸਵਾਲ ਦੀ ਤਪਸ਼ ਨੂੰ ਜਾਣ ਗਏ। ਉਹ ਕਿਹੜੀ ਚੀਜ਼ ਸੀ ਜਿਹੜੀ ਤੁਹਾਡੇ ਮਨ 'ਚ ਏਡੀ ਚਿਣਗ ਪਾ ਗਈ ਤੇ ਫਿਰ ਸਮੇਂ ਦੀ ਹਵਾ ਨੇ ਉਸ ਚਿਣਗ ਨੂੰ ਮੁੜ ਬਾਲਿਆ? ਜੈਨਿੰਦਰ ਜੀ ਨੇ ਮੇਰੇ ਸਵਾਲ ਨੂੰ ਉਰਾਂ-ਪਰਾਂ ਕਰਨ ਦਾ ਯਤਨ ਬਿਲਕੁਲ ਨਾ ਕੀਤਾ ਤੇ ਆਖਣ ਲੱਗੇ, ਮੈਂ ਕੋਈ 12-14 ਵਰ੍ਹਿਆਂ ਦਾ ਸਾਂ। ਸਾਡੇ ਗੁਆਂਢ ਇੱਕ ਕੁੜੀ ਰਹਿੰਦੀ ਸੀ। ਮੈਂ ਉਹਨੂੰ ਜਦੋਂ ਵੀ ਤੱਕਦਾ ਸਾਂ ਮੈਨੂੰ ਜਾਪਦਾ ਸੀ ਉਹਦੇ ਗਲ ਵਿੱਚ ਸ਼ਬਨਮ ਦੇ ਕੱਪੜੇ ਪਾਏ ਹੋਏ ਨੇ। ਸ਼ਬਨਮ ਦੇ? ਹਾਂ, ਕੱਪੜੇ ਸੂਤੀ ਹੁੰਦੇ ਹੋਣਗੇ ਜਾਂ ਰੇਸ਼ਮੀ, ਮੈਨੂੰ ਬਿਲਕੁਲ ਪਤਾ ਨਹੀਂ। ਮੈਨੂੰ ਹਮੇਸ਼ਾ ਇੰਝ ਜਾਪਦਾ ਸੀ ਜਿਵੇਂ ਉਹਨੇ ਸ਼ਬਨਮ ਦੀ ਕਮੀਜ਼ ਪਾਈ ਹੋਈ ਹੋਵੇ। ਫਿਰ ਕੁਛ ਨਹੀਂ। ਮੇਰੀ ਮਾਂ ਨੇ ਪੜ੍ਹਨ ਲਈ ਮੈਨੂੰ ਮੇਰੇ ਮਾਮੇ ਕੋਲ ਭੇਜ ਦਿੱਤਾ ਤੇ ਜਦੋਂ ਮੈਂ ਕੁਝ ਸਾਲਾਂ ਪਿੱਛੋਂ ਮੁੜ ਕੇ ਆਇਆ, ਉਹ ਸਾਡੇ ਗੁਆਂਢ ਨਹੀਂ ਸੀ ਰਹਿੰਦੀ ਤੇ ਉਹਦਾ ਪਤਾ ਕੀਤਾ। ਪਤਾ ਕਿੱਥੋਂ ਕਰਨਾ ਸੀ? ਉਹ ਕਿਰਾਏ 'ਤੇ ਰਹਿੰਦੇ ਸਨ, ਚਲੇ ਗਏ। ਪਤਾ ਨਹੀਂ ਕਿੱਥੇ ਚਲੇ ਗਏ। ਮੁੜ ਕੇ ਉਹਨੂੰ ਕਦੇ ਨਹੀਂ ਤੱਕਿਆ, ਕਦੇ ਨਹੀਂ। ਫਿਰ ਦਿਸ ਵੀ ਪੈਂਦੀ ਤਾਂ ਖੌਰੇ ਉਹਦੇ ਗਲ ਪਏ ਹੋਏ ਕੱਪੜੇ ਮੈਨੂੰ ਸੂਤਰ ਦੇ ਦਿਸਦੇ ਜਾਂ ਰੇਸ਼ਮ ਦੇ। ਮੈਂ ਸ਼ਬਨਮ ਦੇ ਕੱਪੜਿਆਂ ਵਾਲੀ ਗੱਲ ਗੁਆਉਣੀ ਨਹੀਂ ਸੀ ਚਾਹੁੰਦਾ। ਉਸੇ ਤਰ੍ਹਾਂ ਉਹਨੂੰ ਆਪਣੇ ਚੇਤੇ 'ਚ ਸਾਂਭ ਲਿਆ, ਮਨ 'ਚ ਉਹਦਾ ਨਾਂ ਵੀ ਰੱਖ ਲਿਆ। ਉਹਦਾ ਨਾਂ ਮਹਾਰਾਣੀ ਆਖ ਕੇ ਮੈਂ ਉਹਨੂੰ ਚੇਤੇ ਕਰਦਾ। ਜਦੋਂ ਆਪਣੀ ਕਹਾਣੀ ਵਿੱਚ ਕਿਸੇ ਔਰਤ ਦਾ ਜ਼ਿਕਰ ਕਰਨ ਲੱਗਦਾ, ਮਹਾਰਾਣੀ ਮੇਰੇ ਪਾਸੇ ਨਾਲ ਆ ਕੇ ਖਲੋ ਜਾਂਦੀ ਹੈ ਤੇ ਤੁਹਾਡੀ ਕਹਾਣੀ ਦੀ ਕੁੜੀ ਸੋਹਣੀਓ ਸੋਹਣੀ ਹੋ ਜਾਂਦੀ ਹੈ। ਕੁਝ ਇਸ ਤਰ੍ਹਾਂ ਹੀ ਹੁੰਦਾ ਹੈ। ਜੈਨਿੰਦਰ ਜੀ ਹੱਸ ਪਏ। ਤੁਹਾਡੀ ਕਲਮ ਕਿਹਨੂੰ ਪਤਾ ਹੈ ਮਹਾਰਾਣੀ ਦੀ ਦੇਣ ਏ? ਮਹਾਰਾਣੀ ਨੂੰ ਵੀ ਪਤਾ ਨਹੀਂ। ਹਾਂ, ਉਹਨੂੰ ਕੀ ਪਤਾ? ਸ਼ਾਇਦ ਉਹਨੇ ਤੁਹਾਡੀਆਂ ਕਹਾਣੀਆਂ ਪੜ੍ਹੀਆਂ ਵੀ ਹੋਣ ਤਾਂ ਪਛਾਣ ਨਹੀਂ ਸਕਦੀ। ਉਦੋਂ ਮੇਰਾ ਨਾਂ ਜੈਨਿੰਦਰ ਨਹੀਂ ਸੀ। ਉਂਝ ਇਹ ਜ਼ਿੰਦਗੀ ਦਾ ਮਜ਼ਾਕ ਨਹੀਂ ਜੈਨਿੰਦਰ ਜੀ ਕਿ ਜਿਹਦੀ ਹੋਂਦ ਕਿਸੇ ਸਾਹਿਤ ਦੇ ਅਸਮਾਨ ਉੱਤੇ ਤਾਰਾ ਬਣ ਜਾਏ, ਉਹਨੂੰ ਆਪਣੀ ਕੀਮਤ ਕਦੇ ਪਤਾ ਹੀ ਨਾ ਲੱਗੇ। ਪਰ ਹੁੰਦਾ ਇੰਝ ਹੀ ਏ। ਮੈਨੂੰ ਰੁਮਾਨੀਆ ਦਾ ਨਾਵਲਿਸਟ ਜ਼ਹਾਰੀਆ ਸਟਾਂਕੂ ਚੇਤੇ ਆਇਆ ਹੈ। ਪਿਛਲੇ ਦਿਨੀਂ ਇੱਥੇ ਆਇਆ ਸੀ ਨਾ? ਹਾਂ, ਉਹਦਾ ਸਭ ਤੋਂ ਮਸ਼ਹੂਰ ਨਾਵਲ ਹੈ ਨੰਗੇ ਪੈਰ। ਸ਼ਾਇਦ ਉਰਦੂ 'ਚ ਵੀ ਤਰਜਮਾ ਹੋਇਆ ਹੈ। ਇੱਕ ਦਿਨ ਚਾਹ ਪੀਂਦਿਆਂ ਮੈਨੂੰ ਆਖਣ ਲੱਗਾ, ਜਦੋਂ ਮੈਂ ਬੱਚਾ ਹੁੰਦਾ ਸਾਂ ਸਾਡੇ ਨਾਲ ਦੇ ਘਰ ਇੱਕ ਕੁੜੀ ਰਹਿੰਦੀ ਸੀ। ਉਹ ਮੇਰੇ ਨਾਲ ਖੇਡਣ ਵਾਸਤੇ ਨੰਗੇ ਪੈਰੀਂ ਦੌੜ ਆਉਂਦੀ ਸੀ। ਉਹਦੇ ਨੰਗੇ ਪੈਰ ਇਸ ਤਰ੍ਹਾਂ ਮੇਰੇ ਦਿਲ ਵਿੱਚ ਸਮਾ ਗਏ। ਅੱਜ ਏਡੀ ਉਮਰ 'ਚ ਜਦੋਂ ਮੈਂ ਨਾਵਲ ਲਿਖਿਆ, ਉਹਦੇ ਨੰਗੇ ਪੈਰ ਚੇਤੇ ਆਏ ਨੇ ਤੇ ਮੈਂ ਆਪਣੇ ਨਾਵਲ ਦਾ ਨਾਂ ਰੱਖਿਆ ਨੰਗੇ ਪੈਰ। ਪਰ ਕਿਹਾ ਦੁਖਾਂ 'ਤੇ ਕਿ ਕੁਝ ਵਰ੍ਹੇ ਹੋਏ ਮੈਨੂੰ ਪਤਾ ਲੱਗਾ ਉਹ ਫਲਾਣੇ ਸ਼ਹਿਰ ਵਿੱਚ ਰਹਿੰਦੀ ਏ। ਮੈਂ ਕਦੇ ਕਿਸੇ ਕੰਮ ਉਸ ਸ਼ਹਿਰ ਗਿਆ। ਮੇਰੀ ਸਾਰਿਆਂ ਤੋਂ ਵੱਡੀ ਹਸਰਤ ਸੀ ਉਹਨੂੰ ਮੁੜ ਵੇਖਣਾ। ਮੈਂ ਉਹਦੇ ਘਰ ਪਤਾ ਦੇ ਕੇ ਮਿਲਣ ਦਾ ਵਕਤ ਮੰਗਿਆ ਤੇ ਜਦੋਂ ਮੈਂ ਵੇਲੇ ਸਿਰ ਉਹਦੇ ਘਰ ਗਿਆ, ਕੁਝ ਪਹਿਰੇਦਾਰ ਮੈਨੂੰ ਬਾਹਰ ਮਿਲੇ, ਕੁਝ ਵਰਦੀਆਂ ਵਾਲੇ ਮੈਨੂੰ ਅੰਦਰ ਲੈ ਗਏ। ਕਈ ਕਮਰੇ ਪਾਰ ਕਰਨੇ ਪਏ ਤੇ ਜਦੋਂ ਮੁਲਾਕਾਤੀ ਕਮਰੇ 'ਚ ਆਈ, ਕਿੰਨੀਆਂ ਹੀ ਦਾਸੀਆਂ ਉਹਦੇ ਅੱਗੇ ਪਿੱਛੇ ਸਨ। ਮੈਂ ਉਹਦੇ ਸਜੀਲੇ ਕੱਪੜਿਆਂ ਵੱਲ ਤੱਕਦਾ ਸਾਂ। ਉਹਦੀ ਨਿੱਕੀ ਜਿਹੀ ਫਰਾਕ ਕਿੱਥੇ ਵੇ? ਉਹਦੇ ਕੱਜੇ ਹੋਏ ਪੈਰਾਂ ਵੱਲ ਵੇਖਦਾ ਸਾਂ। ਉਹ ਮੇਰੇ ਨਾਲ ਖੇਡਣ ਵਾਲੇ ਨੰਗੇ ਪੈਰ ਕਿੱਥੇ ਨੇ? ਤੇ ਮੈਂ 2-4 ਸਧਾਰਨ ਜਿਹੀਆਂ ਗੱਲਾਂ ਕਰਕੇ ਮੁੜ ਆਇਆ।
ਉਹਨੇ ਮੈਨੂੰ ਦੂਸਰੇ ਦਿਨ ਦੇ ਖਾਣੇ ਦਾ ਸੱਦਾ ਦਿੱਤਾ, ਪਰ ਜਦੋਂ ਮੈਂ ਆਪਣੇ ਹੋਟਲ 'ਚ ਆਇਆ, ਦੂਸਰਾ ਦਿਨ ਚੜ੍ਹਾਉਣ ਦੀ ਮੇਰੇ 'ਚ ਹਿੰਮਤ ਨਹੀਂ ਸੀ। ਮੈਂ ਆਪਣਾ ਸਮਾਨ ਚੁੱਕਿਆ ਅਤੇ ਉਹ ਸ਼ਹਿਰ ਛੱਡ ਦਿੱਤਾ। ਆਉਂਦੀ ਵਾਰ ਉਹਦੇ ਲਈ ਸੁਨੇਹਾ ਦੇ ਆਇਆ, ਮੈਨੂੰ ਛੇਤੀ ਜਾਣਾ ਪੈ ਗਿਆ, ਸੱਦੇ ਦੀ ਮਿਹਰਬਾਨੀ, ਪਰ ਮੈਂ ਆ ਨਹੀਂ ਸਕਾਂਗਾ। ਅਤੇ ਮੈਂ ਕਿੰਨੇ ਦਿਨ ਲਾ ਕੇ ਉਸ ਸਜੀ ਬਣੀ ਅਤੇ ਅਮੀਰੀ ਦੀਆਂ ਕੰਧਾਂ 'ਚ ਵਲੇਟੀ ਹੋਈ ਉਸ ਔਰਤ ਦੀ ਥਾਵੇਂ ਆਪਣੀ ਨਿੱਕੀ ਜਿਹੀ ਫਰੋਕ ਵਾਲੀ ਅਤੇ ਨੰਗੇ ਪੈਰਾਂ ਵਾਲੀ ਕੁੜੀ ਦਾ ਤਸੱਵਰ ਮੋੜ ਸਕਿਆ। ਉਹ ਮੇਰੇ ਦਿਲ 'ਚ ਜਿਉਂਦੀ ਰਹੀ। ਉਹਦੇ ਸਹਾਰੇ ਮੈਂ ਆਪਣੀਆਂ ਕਹਾਣੀਆਂ ਘੜਦਾ ਰਹਾਂਗਾ। ਇਸੇ ਲਈ ਮੈਂ ਮੁੜ ਕੇ ਉਹਦੇ ਘਰ ਨਹੀਂ ਸੰਘਿਆ ਕਿ ਮਤਾ ਮੇਰੇ ਦਿਲ 'ਚੋਂ ਨੰਗੇ ਪੈਰਾਂ ਵਾਲੀ ਕੁੜੀ ਗੁਆਚ ਜਾਏ। ਰੇਸ਼ਮ 'ਚ ਵਲੇਟੇ ਹੋਏ ਪੈਰਾਂ ਵਾਲੀ ਉਸ ਔਰਤ ਨੇ ਸ਼ਾਇਦ ਉਹਦੇ ਨਾਵਲ ਨੂੰ ਪੜ੍ਹ ਕੇ ਵੀ ਨਹੀਂ ਪਛਾਣਿਆ ਹੋਣਾ ਕਿ ਉਹਦੇ ਨੰਗੇ ਪੈਰਾਂ ਦੀ ਕਹਾਣੀ ਸੀ। ਕੁਝ ਚਿਰ ਪਿੱਛੋਂ ਜੈਨੇਂਦਰ ਜੀ ਚਲੇ ਗਏ, ਪਰ ਰੋਮਾਂ ਰੋਲਾਂ ਦੇ ਖਿਆਲਾਂ ਨੂੰ ਆਪਣੇ ਵਾਲਾਂ 'ਚ ਗੁੰਦਣ ਵਾਲੀ ਕੁੜੀ ਨੇ, ਜੈਨੇਂਦਰ ਦੀ ਕਲਪਨਾ 'ਚ ਸ਼ਬਨਮ ਦੇ ਕੱਪੜੇ ਪਾਉਣ ਵਾਲੀ ਕੁੜੀ ਨੇ ਅਤੇ ਜ਼ਹਾਰੀਆ ਸਟਾਂਕੂ ਦੇ ਤਸੱਵਰ 'ਚ ਰਹਿੰਦੀ ਨੰਗੇ ਪੈਰਾਂ ਵਾਲੀ ਕੁੜੀ ਨੇ ਆਪਣੀ ਕਹਾਣੀ ਦਾ ਧਾਗਾ ਹੋਰ ਲੰਬਾ ਕਰ ਦਿੱਤਾ। ਕਹਾਣੀ ਲੰਬੀ ਹੁੰਦੀ ਗਈ ਅਤੇ ਰਾਤ ਦੇ ਹਨੇਰੇ 'ਚ ਉਹਦਾ ਵਲ ਜਦੋਂ ਮੇਰੇ ਦੁਆਲੇ ਪਿਆ, ਪਰਾਈਆਂ ਪੀੜਾਂ ਪਰਾਈਆਂ ਨਾ ਰਹੀਆਂ। ਜਿਹਦੇ ਵੀ ਮਨ ਵਿੱਚ ਕਲਪਨਾ ਦੀ ਲਾਟ ਬਲਦੀ ਏ, ਉਹਦਾ ਸੇਕ ਕੋਈ ਉਹ ਜਾਣਦਾ ਹੈ। ਜੱਗ ਸਿਰਫ ਉਹਦਾ ਚਾਨਣ ਵੇਖਦਾ ਹੈ। ਕਦੇ ਕਦੇ ਸ਼ੁਕਰ ਅਤੇ ਸ਼ਿਕਵਾ ਇੱਕ ਦੂਜੇ 'ਚ ਰਲ ਗਏ ਜਾਪਦੇ ਹਨ। ਉਸ ਰਾਤ ਵੀ ਕੁਝ ਇੰਝ ਹੀ ਸੀ। ਸੋਚਾਂ ਸਾਰੀ ਉਮਰ ਦੀ ਇਹ ਚਿਣਗ ਪਾਉਣ ਵਾਲੀ ਨੂੰ ਕੋਈ ਪ੍ਰਣਾਮ ਕਰੇ ਕਿ ਆਪਣੀ ਉਮਰ ਦੀਆਂ ਅੱਖਾਂ 'ਚ ਭਰੇ ਹੋਏ ਅੱਥਰੂ ਵਿਖਾਏ। ਸ਼ੁਕਰ ਦਾ ਪੱਲਾ ਹੌਲਾ ਹੁੰਦਾ ਗਿਆ ਅਤੇ ਸ਼ਿਕਵਿਆਂ ਦਾ ਭਾਰਾ। ਕਦੇ ਕਦੇ ਕਲਪਨਾ ਦਾ ਜੀਅ ਕਰਦਾ ਉਹਦੇ ਪੈਰਾਂ ਨੂੰ ਧਰਤੀ ਦਾ ਆਸਰਾ ਮਿਲੇ। ਮੱਥਾ ਵਿਲਕ ਉੱਠਦਾ, ਉਹਦੇ ਸਿਦਕ ਦੀ ਦਹਿਲੀਜ਼ ਉਹਦੀ ਪੀੜ ਨੂੰ ਪਛਾਣੇ। ਫਿਰ ਆਪਣਾ ਸਵਾਲ ਏਡਾ ਵੱਡਾ ਜਾਪਦਾ ਹੈ, ਕੋਈ ਜਵਾਬ ਉਹਦੇ ਮੇਚੇ ਨਹੀਂ ਆਉਂਦਾ। ਉਸ ਰਾਤ ਮੈਂ ਬੜੀ ਵਿਆਕੁਲਤਾ ਨਾਲ 2 ਸਤਰਾਂ ਲਿਖੀਆਂ। ਸੂਰਜ ਦੇਵਤਾ ਬੂਹੇ 'ਤੇ ਆਣ ਢੁੱਕਾ, ਕਿਸੇ ਕਿਰਨ ਨਾ ਉੱਠ ਕੇ ਤੇਲ ਚੋਇਆ। ਸਾਡੇ ਇਸ਼ਕ ਨੇ ਇੱਕ ਸਵਾਲ ਪਾਇਆ, ਉੱਤਰ ਕਿਸੇ ਨਾ ਰੱਬ ਤੋਂ ਦੇਣ ਹੋਇਆ। ਕਹਿਰ ਵੀ ਜ਼ਿੰਦਗੀ ਕਰਦੀ ਏ, ਪਰ ਕਰਮ ਵੀ ਜ਼ਿੰਦਗੀ ਕਰਦੀ ਏ। ਮੈਨੂੰ ਜਵਾਬ ਬਣਾ ਲੈ ਸਾਰੇ ਦਾ ਸਾਰਾ, ਜ਼ਿੰਦਗੀ ਦੇ ਹੋਂਠ ਫੜ ਕੇ। ਸ਼ਿਕਵਿਆਂ ਦਾ ਪੱਲਾ ਹੌਲਾ ਹੁੰਦਾ ਗਿਆ ਅਤੇ ਸ਼ੁਕਰ ਦਾ ਭਾਰਾ। ਕਲਪਨਾ ਨੇ ਹਕੀਕਤ ਦੇ ਸਰਾਂ ਵਿੱਚੋਂ ਪਾਣੀ ਦਾ ਇੱਕ ਘੁੱਟ ਭਰਿਆ ਅਤੇ ਮੇਰੇ ਹੱਥੋਂ ਕਲਮ ਫੜ ਕੇ ਕਾਗਜ਼ ਉੱਤੇ ਲਿਖਿਆ, ਦਰਨਾ ਭੀੜ ਹਯਾਤੀਏ, ਰੱਖ ਸਿਦਕ ਦੀ ਲਾਜ, ਰੇਤ ਥਲਾਂ ਵਿੱਚ ਆ ਰਹੀ ਕਦਮਾਂ ਦੀ ਆਵਾਜ਼। ਦਰਨਾ ਭੀੜ ਹਯਾਤੀਏ, ਪਲਕੂ ਹੋਰ ਉਡੀਕ, ਲੱਖ ਹਨੇਰੇ ਚੀਰਦੀ ਚਾਨਣ ਦੀ ਇੱਕ ਲੀਕ। ਦਰਨਾ ਭੀੜ ਹਯਾਤੀਏ, ਵੇਖ ਜ਼ਰਾ ਇੱਕ ਵੇਰ, ਮੱਥੇ ਕਿਰਨਾਂ ਬੰਨ੍ਹ ਕੇ ਸੂਰਜ ਆਇਆ ਫੇਰ। ਤੇ ਸਾਰੀ ਜ਼ਿੰਦਗੀ ਦੇ ਮੁੱਲ ਮੈਂ ਕੁਝ ਵਿਹਾਜਿਆ ਹੈ, ਉਹ ਇੱਕ ਕਸਤੂਰੀ ਹੈ। ਚੇਤਰ ਦਾ ਵਣਜਾਰਾ ਆਇਆ, ਬੁਚਕੀ ਮੋਢੇ ਚਾਈ ਵੇ, ਅਸਾਂ ਵਿਹਾਜੀ ਪਿਆਰ ਕਥੂਰੀ, ਵੇਂਦੀ ਰਹੀ ਲੁਕਾਈ ਵੇ। ਇੱਕ ਦਿਨ ਮੈਂ ਐਡਗਰ ਐਲਨ ਪੋ ਦੀਆਂ ਨਜ਼ਮਾਂ ਪੜ੍ਹਦੀ ਪਈ ਸਾਂ। ਇੱਕ ਨਜ਼ਮ 'ਤੇ ਆਣ ਕੇ ਮੈਂ ਖਲੋ ਗਈ। ਉਸ ਨਜ਼ਮ ਤੋਂ ਪਰਾਂ ਨਹੀਂ ਸੀ ਹੋਣ ਹੁੰਦਾ। ਇਹ ਵੀ ਕਹਿਰ ਤੇ ਕਰਮ ਦੀ ਕਹਾਣੀ ਸੀ। ਮਨ 'ਚ ਕਿਤੇ ਇੱਕ ਮੈਨਾ ਹੁੰਦੀ ਹੈ, ਪਰ ਸਿਰ ਉੱਤੋਂ ਲੰਘਣ ਵਾਲੇ ਗਿੱਧਾਂ ਵਰਗੇ ਵਰੇ ਇਸ ਮੈਨਾ ਦੀ ਆਵਾਜ਼ ਨਹੀਂ ਸੁਣਨ ਦਿੰਦੇ। ਕਿਸੇ ਘੜੀ ਜਦੋਂ ਗਿੱਧਾਂ ਦੇ ਖੰਭ ਸੁਸਤਾਉਂਦੇ ਹਨ, ਮਨੁੱਖ ਛੇਤੀ ਨਾਲ ਆਪਣੀ ਮੈਨਾ ਦਾ ਬੁਲਾਵਾ ਸੁਣ ਲੈਂਦਾ ਹੈ। ਪੋ ਨੇ ਡਾਢੇ ਕੰਬਦੇ ਹਰਫਾਂ 'ਚ ਆਖਿਆ ਸੀ, ਜੇ ਨਾ ਇਹਦਾ ਸੱਦਿਆ ਆਵਾਂ ਤਾਂ ਮੈਂ ਗੁਨਾਹਗਾਰ ਸਦਾਵਾਂ। ਪੋ ਦੇ ਮਨ ਦੀ ਕੰਬਣੀ ਮੇਰੇ ਹੱਥਾਂ 'ਚ ਲੈ ਗਈ। ਸਾਰੀ ਦੀ ਸਾਰੀ ਨਜ਼ਮ ਨੂੰ ਪੰਜਾਬੀ 'ਚ ਉਲਥਾਣ 'ਤੇ ਜੀਅ ਕਰ ਆਇਆ, ਇੰਝ ਜਿਵੇਂ ਇਹ ਨਜ਼ਮ ਮੇਰੀ ਕਲਮ ਨੂੰ ਸੱਦਦੀ ਪਈ ਸੀ ਅਤੇ ਜੇ ਮੇਰੀ ਕਲਮ ਇਹਦੇ ਆਖੇ ਇਹਦੇ ਕੋਲ ਨਾ ਗਈ ਤਾਂ ਇਹ ਗੁਨਾਹਗਾਰ ਹੋ ਜਾਏਗੀ। ਇੱਕ ਝੀਲ ਦੇ ਕੰਢੇ ਉੱਤੇ 70 ਪੱਤੇ ਉਂਗਣ ਜਿੱਥੇ, ਡਾਢੀ ਸਾਵੀ ਸੰਘਣੀ ਰੂਹੀ, ਉੱਕੋਂ ਹੋ ਕੇ ਬੈਠਾ ਕੋਈ। ਆਪੇ ਗਾਵੇ ਝੂਮੇ ਆਪੇ, ਮੈਨੂੰ ਤਾਂ ਇੱਕ ਮੈਨਾ ਜਾਪੇ, ਆਪੇ ਜਿਸ ਦੀ ਜਿੰਦ ਤਰੁੱਟੀ, ਖੰਭਾਂ ਦੀ ਇੱਕ ਮਿੱਟੀ ਮੁੱਠੀ। ਚਿਰ ਹੋਇਆ ਮੈਂ ਨਿੱਕਾ ਹੁੰਦਾ, ਜੰਗਲ ਬੇਲੇ ਰੱਖਾਂ ਗਾਉਂਦਾ, ਇੱਕ ਵੱਖੀ ਦੇ ਪਰਨੇ ਹੋ ਕੇ ਚੇਤਨ ਅੱਖੋਂ ਤੱਕਦਾ ਰਹਿੰਦਾ ਅਤੇ ਮੈਂ ਆਪਣੀ 35 ਅੱਖਰੀ ਇਸ ਮੈਨਾ ਤੋਂ ਸਿੱਖਦਾ ਰਹਿੰਦਾ। ਹੁਣ ਤਾਂ ਮੈਨੂੰ ਕਿੰਨੇ ਚਿਰ ਤੋਂ ਵਰੇ ਜਾਪਦੇ ਗਿੱਧਾਂ ਵਰਗੇ ਕਾਲੇ ਚੌੜੇ ਖੰਭ ਜਿਨ੍ਹਾਂ ਦੇ ਅੰਬਰ ਨੂੰ ਵੀ ਝੂਟਾ ਦਿੰਦੇ, ਮਾਸਾ ਨਿੱਸਲ ਹੋਣ ਨਾ ਦਿੰਦੇ। ਘੜੀਏ
ਬਿੰਦ ਖਲੋਣ ਨਾ ਦਿੰਦੇ, ਵੇਲਾ ਵਕਤ ਕੋਈ ਨਾ ਹਾਲੀ, ਵਿਹਲੀ ਗੱਲ ਤਾਰਿਆਂ ਵਾਲੀ। ਕਦੇ ਜਦੋਂ ਇੱਕ ਖੰਭ ਉਹਨਾਂ ਦੇ ਜ਼ਰਾ ਚੈਨ ਦੀ ਝੁੱਟੀ ਲਾਉਂਦੇ, ਇੱਕ ਦੋ ਨਿੱਕੀਆਂ ਸਤਰਾਂ ਪੰਨਾ, ਛੇਤੀ ਨਾਲ ਕਾਫੀਆ ਬੰਨਾ, ਜੋੜ ਸਾਂਭ ਕੇ ਰੱਖ ਲਵਾਂ ਮੈਂ, ਵਰਜਤ ਗੱਲਾਂ ਚੱਖ ਲਵਾਂ ਮੈਂ। ਜੇ ਮੈਂ ਇਸ ਤੱਕਣੀ ਨਾ ਹਿੱਲਾਂ, ਜੇ ਮੈਂ ਇਸ ਤੁਣਕੇ ਨਾ ਕੰਬਾਂ, ਜੇ ਨਾ ਇਹਦਾ ਸੱਦਿਆ ਆਵਾਂ, ਤਾਂ ਮੈਂ ਗੁਨਾਹਗਾਰ ਸਦਾਵਾਂ। ਧੰਨਵਾਦ।